ਕਿਰਪਾ ਨਿਧਾਨ ਚਵਰ ਛਤਰ ਤਖਤ ਦੇ ਮਾਲਿਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ੋਭਾਇਮਾਨ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਵਡਭਾਗੀ ਜੀਵ ਹਾਂ ਜਿਨ੍ਹਾਂ ਨੂੰ ਸੰਧਿਆ ਦੇ ਵੇਲੇ ਸਜੇ ਹੋਏ ਦੀਵਾਨ ਵਿੱਚ ਮਿਲ ਬੈਠ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਗੁਰ ਇਤਿਹਾਸ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਕਵੀ ਸੰਤੋਖ ਸਿੰਘ ਜੀ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ ਦਰਸਾ ਰਹੇ ਸਨ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਪਰ ਦੌਲਤ ਖਾਨ ਲੋਧੀ ਦੇ ਕੋਲ ਮੋਦੀ ਖਾਨੇ ਦੇ ਵਿੱਚ ਨੌਕਰੀ ਕਰਨ ਲੱਗ ਜਾਂਦੇ ਹੈ। ਬਹੁਤ ਸਾਰੇ ਮੰਗਣ ਵਾਲੇ ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਆਉਂਦੇ। ਸਤਿਗੁਰੂ ਆਪਣੀ ਕਮਾਈ ਦੇ ਵਿੱਚੋਂ ਜਿਹੜਾ ਵੀ ਕੋਈ ਆਉਂਦਾ ਉਸ ਦੀ ਲੋੜਾਂ ਦੀ ਪੂਰਤੀ ਕਰਦੇ। ਜੇ ਕੋਈ ਭੁੱਖਾ ਆ ਜਾਂਦਾ ਉਹਦੇ ਵਾਸਤੇ ਖਾਣ ਵਾਸਤੇ ਸਤਿਗੁਰੂ ਅਨਾਜ ਦਿੰਦੇ। ਜੇ ਕਿਸੇ ਕੋਲ ਤਨ ਢੱਕਣ ਵਾਸਤੇ ਕੱਪੜਾ ਨਹੀਂ ਹੈ ਸਤਿਗੁਰੂ ਉਹਦੇ ਲੋੜ ਦੀ ਪੂਰਤੀ ਕਰਦੇ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸ਼ੋਭਾ ਜਿਹੜੀ ਹੈ ਉਹ ਸਾਰੇ ਪਾਸੇ ਜਦੋਂ ਫੈਲ ਜਾਂਦੀ ਹੈ ਤੇ ਕੁਝ ਲੋਕ ਜਿਹੜੇ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲੋਂ ਦਾਨ ਲੈ ਕੇ ਤਲਵੰਡੀ ਦੀ ਧਰਤੀ ਤੇ ਗਏ। ਤਲਵੰਡੀ ਦੇ ਵਿੱਚ ਜਾ ਕੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜਦੋਂ ਸ਼ੋਭਾ ਵਡਿਆਈ ਕੀਤੀ ਤੇ ਉਸ ਵਕਤ ਫਿਰ ਕਵੀ ਸੰਤੋਖ ਸਿੰਘ ਜੀ ਆਖਦੇ ਨੇ ਕਿ ਉਹ ਵਡਿਆਈ ਨੂੰ ਮਹਿਤਾ ਕਾਲੂ ਜੀ ਨੇ ਵੀ ਸੁਣਿਆ, ਰਾਏ ਬੁਲਾਰ ਨੇ ਵੀ ਸੁਣਿਆ। ਮਹਿਤਾ ਕਲਿਆਣ ਦਾਸ ਜੀ ਦੇ ਮਨ ਵਿੱਚ ਖਿਆਲ ਆਇਆ ਕਿ ਜੇ ਮੇਰਾ ਪੁੱਤਰ ਇੰਨੇ ਵੱਡੇ ਮੋਦੀ ਖਾਨੇ ਵਿੱਚ ਲੱਗਾ ਏ, ਉਹਨੇ ਬਹੁਤ ਸਾਰਾ ਧਨ ਪਦਾਰਥ ਕਮਾ ਲਿਆ ਹੋਣਾ ਹੈ, ਚਲੋ ਮੈਂ ਉਹਦੇ ਕੋਲੋਂ ਚੱਲ ਕੇ ਪੈਸਾ ਲੈ ਕੇ ਆਉਣਾ ਕੋਈ, ਨਾਲੇ ਉਹਦਾ ਹਾਲ ਚਾਲ ਜਾਣ ਕੇ ਆਉਣਾ ਹੈ। ਜਦੋਂ ਫਿਰ ਮਹਿਤਾ ਕਲਿਆਣ ਦਾਸ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮਿਲਣ ਵਾਸਤੇ ਸੁਲਤਾਨਪੁਰ ਦੀ ਧਰਤੀ ਤੇ ਆਉਂਦੇ ਹੈ, ਕਵੀ ਸੰਤੋਖ ਸਿੰਘ ਕਹਿੰਦੇ ਨੇ ਕਿ ਨਾਨਕੀ ਜੀ ਦੇ ਵਾਸਤੇ ਕੱਪੜੇ ਆਦਿਕ ਮਠਿਆਈ ਆਦਿਕ ਲੈ ਕੇ ਆਉਂਦੇ। ਪਰ ਸਾਰਿਆਂ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਮੋਦੀ ਖਾਨੇ ਦੇ ਵਿੱਚ ਜਾਂਦੇ ਹੈ। ਐਨ ਮੋਦੀ ਖਾਨੇ ਦੇ ਸਾਹਮਣੇ ਕਰਕੇ ਆਪਣਾ ਗੱਡਾ ਖਿਲਾਰਦੇ। ਗੁਰੂ ਨਾਨਕ ਸਾਹਿਬ ਮਹਾਰਾਜ ਤੱਕਦੇ ਨੇ ਕਿ ਸਤਿਕਾਰਯੋਗ ਪਿਤਾ ਜੀ ਆਏ ਹੈ ਤੇ ਮਹਿਤਾ ਕਾਲੂ ਜੀ ਨੇ ਤੱਕਿਆ ਕਿ ਸਾਹਮਣੇ ਮੋਦੀ ਖਾਨੇ ਵਿੱਚ ਨਾਨਕ ਹੈ। ਇਸ ਤੋਂ ਅੱਗੇ ਕਵੀ ਸੰਤੋਖ ਸਿੰਘ ਜੀ ਇਤਿਹਾਸ ਦੀ ਲੜੀ ਦੇ ਵਿੱਚ ਕੀ ਦਰਸਾ ਰਹੇ ਨੇ, ਇਹਦੇ ਨਾਲ ਆਪਾਂ ਜੁੜਨ ਦਾ ਯਤਨ ਕਰੀਏ। ਆਪ ਸਮੂਹ ਸੰਗਤ ਰਸਨਾ ਤੋਂ ਉਚਾਰਨ ਕਰਿਓ। ਸਾਰੇ ਆਖਿਓ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਪੰਕਜ ਨੈਣ ਬਲੋਕ ਪਿਤਾ ਦਿਸ ਤੂਰਨ ਧਾਇ ਕੀਨ ਪ੍ਰਣਾਮਾ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੇਖਿਆ ਕਿ ਸਾਹਮਣੇ ਸਤਿਕਾਰਯੋਗ ਪਿਤਾ ਜੀ ਆਏ ਹੈ ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੌੜ ਕੇ ਜਾਂਦੇ ਪਿਤਾ ਵਾਲੇ ਪਾਸੇ ਨੂੰ ਤੇ ਜਾ ਕੇ ਪ੍ਰਣਾਮ ਕਰਦੇ ਹਨ। ਕਾਲੂ ਉਠਾਏ ਲਿਓ ਕੁਝ ਕੋ ਕੇ ਕੰਠ ਲਗਾਏ ਭਲੇ ਸੁਖ ਧਾਮਾ। ਕਹਿਣ ਲੱਗੇ ਕਿ ਅਗਲੇ ਬੰਨਿਓਂ ਪਿਤਾ ਜੀ ਨੇ ਮਹਿਤਾ ਕਲਿਆਣ ਦਾਸ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਉਠਾਇਆ ਹੈ ਤੇ ਉਠਾ ਕੇ ਆਪਣੀ ਛਾਤੀ ਦੇ ਨਾਲ ਆਪਣੇ ਗਲੇ ਦੇ ਨਾਲ ਲਗਾ ਲਿਆ ਹੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਜੋ ਸਾਥੀ ਸਨ ਉਹਨਾਂ ਸਾਥੀਆਂ ਨੇ ਵੀ ਜਿਹੜਾ ਹੈ ਉਹ ਮਹਿਤਾ ਕਾਲੂ ਜੀ ਨੂੰ ਪ੍ਰਣਾਮ ਕੀਤਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਤਿਕਾਰਯੋਗ ਪਿਤਾ ਮਹਿਤਾ ਕਾਲੂ ਜੀ ਨੂੰ ਬੜੇ ਸਤਿਕਾਰ ਦੇ ਨਾਲ ਪਲੰਗ ਦੇ ਉੱਪਰ ਬਿਠਾਇਆ ਹੈ ਤੇ ਪਲੰਗ ਦੇ ਉੱਪਰ ਬਿਠਾਉਣ ਤੋਂ ਬਾਅਦ ਫਿਰ ਸੁੱਖ ਸ਼ਾਂਤ ਭਾਵ ਹਾਲ ਚਾਲ ਜਾਣਿਆ ਹੈ, ਗੱਲਬਾਤ ਕੀਤੀ ਹੈ ਤੇ ਇੱਕ ਦੂਸਰੇ ਨੂੰ ਪੁੱਛਿਆ ਹੈ। ਕਵੀ ਸੰਤੋਖ ਸਿੰਘ ਜੀ ਆਖਦੇ ਨੇ, ਕਹਿੰਦੇ ਕਿ ਫਿਰ ਮਹਿਤਾ ਕਾਲੂ ਜੀ ਨੇ ਆਪਣੇ ਪੁੱਤਰ ਨਾਨਕ ਨੂੰ ਕੋਲ ਬਿਠਾ ਕੇ
ਉਹਨਾਂ ਦੇ ਮਸਤਕ ਦੇ ਉੱਪਰ ਹੱਥ ਰੱਖਿਆ, ਭਾਵ ਪਿਆਰ ਦੇ ਨਾਲ ਪਲੋਸ ਰਹੇ ਸਨ। ਭੀਲ ਭਿਓ ਬੋ ਕਾਲ, ਭੀਲ ਭਿਓ ਬੋ ਕਾਲ, ਵਿਖੇ ਮਨ ਪ੍ਰੀਤ ਲਈ ਨਹੀਂ ਜੇ ਉਪਜਾਈ। ਕਹਿੰਦੇ ਮਹਿਤਾ ਕਾਲੂ ਜੀ ਆਪਣੇ ਪੁੱਤਰ ਨਾਨਕ ਨੂੰ ਬਹੁਤ ਪਿਆਰ ਕਰ ਰਹੇ ਸਨ, ਭਾਵ ਉਹਨਾਂ ਦੇ ਹਿਰਦੇ ਦੇ ਵਿੱਚ ਪਹਿਲੀ ਵਾਰ ਅਜਿਹਾ ਸੀ ਕਿ ਕੋਮਲ ਪ੍ਰੀਤ ਜਿਹੜੀ ਹੈ ਉਹ ਉਤਪੰਨ ਹੋਈ ਪਈ ਸੀ। ਸੌਦਾ ਕੋ ਫੇਰ ਵੀ ਦੇਖ ਮਨੁੱਖ ਦਾ, ਮੈਂ ਜਾਨ ਸਪੂਤ ਰਿਓ ਹਰ ਕਾਈ। ਫਿਰ ਮਹਿਤਾ ਕਾਲੂ ਜੀ ਨੇ ਉਸ ਮੋਦੀ ਖਾਨੇ ਦੇ ਵਿੱਚ ਪਿਆ ਹੋਇਆ ਜਿਹੜਾ ਸਾਰਾ ਅਨਾਜ ਸੀ ਉਹ ਸਾਰੇ ਅਨਾਜ ਨੂੰ ਦੇਖਿਆ ਤੇ ਦੇਖਣ ਤੋਂ ਬਾਅਦ ਬੜੇ ਪ੍ਰਸੰਨ ਹੋਏ ਹਨ। ਵੈ ਕਟਕਾ ਜੋ ਬੀਤ ਗਈ ਤੇ ਕਾਲੂ ਮੈਂ ਕਾਲੂ ਬਾਣੀ ਲਾਈ। ਕਹਿਣ ਲੱਗੇ ਜਦੋਂ ਦੋ ਕੁ ਘੜੀਆਂ ਇਦਾਂ ਗੱਲਬਾਤ ਕਰਦਿਆਂ ਚਰਚਾ ਕਰਦਿਆਂ ਮੋਦੀ ਖਾਨੇ ਨੂੰ ਵੇਖਦਿਆਂ ਦੋ ਕੁ ਘੜੀਆਂ ਦਾ ਸਮਾਂ ਜਦੋਂ ਬਤੀਤ ਹੋਇਆ ਨਾ, ਫਿਰ ਮਹਿਤਾ ਕਾਲੂ ਜੀ ਨੇ ਅਗਲੀ ਗੱਲ ਜਿਹੜੀ ਸੀ ਉਹ ਸ਼ੁਰੂ ਕੀਤੀ ਹੈ। ਕਿਹੜੀ ਗੱਲ ਸ਼ੁਰੂ ਕੀਤੀ? ਜਿਹੜੀ ਗੱਲ ਕਰਨ ਵਾਸਤੇ ਉਹ ਤਲਵੰਡੀ ਤੋਂ ਸੁਲਤਾਨਪੁਰ ਆਏ ਸੀ। ਤੋ ਗੱਲ ਹੈ ਕਿਹੜੀ ਹੈ? ਕਵੀ ਸੰਤੋਖ ਸਿੰਘ ਜੀ ਦਰਸਾ ਰਹੇ ਹਨ। ਬਕਾਲ ਬਿਓ ਸੁਲਤਾਨਪੁਰੇ ਕ੍ਰਿਤ, ਮੋਦੀ ਨੇ ਕੀਨੀ ਹੈ ਕੀਤੀ ਕਮਾਈ। ਕਹਿਣ ਲੱਗੇ ਕਿ ਪਿਤਾ ਜੀ ਕਹਿੰਦੇ ਨੇ ਮਹਿਤਾ ਕਲਿਆਣਦਾਸ ਜੀ ਆਖਦੇ, ਨਾਨਕ ਪੁੱਤਰ ਬੜਾ ਸਮਾਂ ਹੋ ਗਿਆ ਏ ਤੈਨੂੰ ਸੁਲਤਾਨਪੁਰ ਲੋਧੀ ਦੇ ਵਿੱਚ ਕਿਰਤ ਕਰਦਿਆਂ ਕਮਾਈ ਕਰਦਿਆਂ ਹੋਇਆਂ। ਸੁਨ ਪੰਕਜ ਲੋਚਨ ਬੈਨ ਭਨੋ ਬੋ ਆਨ ਕਮਾਈ ਕਰੀ ਇਹ ਥਾਈ। ਕਹਿਣ ਲੱਗੇ ਵੀ ਇਹ ਦੱਸ ਤੂੰ ਕਿੰਨੀ ਕੁ ਕਮਾਈ ਕਰ ਲਈ ਹੁਣ ਤੱਕ? ਭਾਵ ਮਹਿਤਾ ਕਾਲੂ ਜੀ ਪੁੱਛਣਾ ਚਾਹੁੰਦੇ ਸੀ ਵੀ ਕਿੰਨੇ ਕੁ ਪੈਸੇ ਜੋੜੇ ਆ ਹੁਣ ਤੱਕ ਤੂੰ, ਕਿੰਨੇ ਕੁ ਪੈਸੇ ਜਿਹੜੇ ਉਹ ਤੂੰ ਜਮ੍ਹਾਂ ਕਰਕੇ ਰੱਖ ਲਏ ਐ। ਤੇ ਅੱਗੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਵਾਬ ਦਿੱਤਾ ਹੈ। ਕਹਿਣ ਲੱਗੇ ਵੀ ਪਿਤਾ ਜੀ ਮੈਂ ਇੱਥੇ ਆਣ ਕੇ ਬਹੁਤ ਕਮਾਈ ਕੀਤੀ ਹੈ, ਬੜਾ ਪੈਸਾ ਕਮਾਇਆ ਹੈ। ਤੇ ਫਿਰ ਪਿਤਾ ਜੀ ਕੀ ਕਹਿੰਦੇ ਹੈ? ਕਵੀ ਸੰਤੋਖ ਸਿੰਘ ਦਰਸਾ ਰਹੇ ਹਨ। ਮੈਂ ਹਾਥ ਮੈਂ ਆਦ ਕਰੇ ਫਿਰਤਾ ਉਪਿਆਵਤ ਹੈ ਕਹੇ ਕੇ ਜਲ ਜਾਈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਪਿਤਾ ਜੀ ਇੰਨੀ ਕਮਾਈ ਕੀਤੀ, ਇੰਨਾ ਧਨ ਖੱਟਿਆ, ਬੜਾ ਪਿਤਾ ਜੀ ਬੜੇ ਖੁਸ਼ ਹੋਏ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਪਰ ਪਿਤਾ ਜੀ ਮੇਰੇ ਹੱਥ ਵਿੱਚ ਨਾ ਧਨ ਟਿਕਦਾ ਨਹੀਂ ਹੈ। ਬਸ ਇਹ ਵੀ ਇੱਕ ਪਾਸਿਓਂ ਆਉਂਦਾ ਏ ਦੂਜੇ ਪਾਸਿਓਂ ਜਾਈ ਜਾਂਦਾ ਏ, ਪਰ ਇਹ ਹੈ ਕਿ ਮੇਰੇ ਕੋਲੋਂ ਮੁੱਕਦਾ ਨਹੀਂ ਹੈ ਤੇ ਸੱਚ ਇਹ ਟਿਕਦਾ ਵੀ ਕੋਈ ਨਹੀਂ ਹੈ, ਆਉਂਦਾ ਜਾਂਦਾ ਰਹਿੰਦਾ ਹੈ। ਤੇ ਇਵੇਂ ਕਰਕੇ ਜਿਹੜਾ ਹੈ ਨਾ ਉਹ ਗੁਜ਼ਾਰਾ ਚੱਲਦਾ ਹੈ। ਏਕ ਬਰਾਕਟ ਸੰਚ ਕਹੀ ਕਰੀ ਨੇ ਆਮ ਦਿਓ ਖਰਚੀ ਸਮਝਾਈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਜਦੋਂ ਐਦਾਂ ਆਉਣ ਜਾਣ ਲੱਗਾ ਰਹਿੰਦਾ ਹੈ ਨਾ, ਪਿਤਾ ਜੀ ਨੇ ਫਿਰ ਪੁੱਛਿਆ ਹੋਣਾ ਵੀ ਨਾਨਕ ਕੋਈ ਤੇ ਪੈਸਾ ਤੇਰੇ ਕੋਲ ਹੋਏਗਾ, ਹੁਣ ਇੰਨੇ ਚਿਰ ਹੋ ਗਿਆ ਤੈਨੂੰ ਕਮਾਈ ਕਰਦੇ, ਕੁਝ ਤੇ ਜੋੜਿਆ ਹੋਵੇਗਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਇੱਕ ਕੌਡੀ ਵੀ ਨਹੀਂ ਜੋੜੀ, ਕੋਈ ਪੈਸਾ ਨਹੀਂ ਮੇਰੇ ਕੋਲ। ਖਰਚਾ ਤੇ ਆਮਦਨ ਜਿਹੜੀ ਬਰਾਬਰ ਹੈ, ਜਿੰਨੀ ਆਮਦਨ ਹੁੰਦੀ ਉਹਨਾਂ ਖਰਚਾ ਹੋਈ ਜਾਂਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਪਿਤਾ ਜੀ ਨੂੰ ਇਸ ਤਰ੍ਹਾਂ ਆਖਦੇ ਹਨ, ਤਾਤ ਮੋਦਨ ਸੇਤ ਸਿਉ ਦਿਸ਼ਨਾ ਲੈ ਪ੍ਰਵਾਹ। ਕਵੀ ਸੰਤੋਖ ਸਿੰਘ ਕਹਿੰਦੇ ਨੇ ਜਿਹੜੇ ਪਿਤਾ ਕਾਲੂ ਜੀ ਗੁਰੂ ਨਾਨਕ ਸਾਹਿਬ ਨੂੰ ਕੋਲ ਬਿਠਾ ਕੇ ਇੰਨਾ ਪਿਆਰ ਕਰ ਰਹੇ ਸੀ, ਜਿਹੜੇ ਕਾਲੂ ਜੀ ਜਿਹੜੇ ਬੜੇ ਪ੍ਰਸੰਨ ਹੋ ਰਹੇ ਸਨ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਬਚਨ ਕਹੇ ਨਾ ਵੀ ਅਜੇ ਤੱਕ ਤੇ ਮੈਂ ਇੱਕ ਕੌਡੀ ਵੀ ਨਹੀਂ ਜੋੜੀ, ਪੈਸਾ ਤੇ ਇਕੱਠਾ ਹੀ ਕੋਈ ਨਹੀਂ ਕੀਤਾ, ਕਹਿੰਦੇ ਕਿ ਉਸੇ ਵਕਤ ਕਾਲੂ ਜੀ ਨੂੰ ਗੁੱਸਾ ਆ ਜਾਂਦਾ ਹੈ। ਜਿਹੜੇ ਅੱਗੇ ਪਿਆਰ ਦੀਆਂ ਲਹਿਰਾਂ ਦੇ ਵਿੱਚ ਝੂਮ ਰਹੇ ਸਨ, ਹੁਣ ਉਹਨਾਂ ਦੇ ਅੰਦਰ ਪਿਆਰ ਨਹੀਂ ਬਲਕਿ ਉਹ ਲੋਭ, ਤੇ ਜਿਹੜਾ ਲੋਭ ਦੀ ਲਹਿਰ ਸੀ ਉਹ ਠਾਠਾਂ ਮਾਰਨ ਲੱਗ ਜਾਂਦੀ ਹੈ। ਕਹਿਣ ਲੱਗੇ ਜਿਹੜਾ ਮੋਹ ਸੀ ਨਾ ਨਾਨਕ ਦੇ ਨਾਲ ਆਇਆ, ਉਹ ਮੋਹ ਤੇ ਪਰੇ ਹੋ ਗਿਆ ਤੇ ਹੁਣ ਮਨ ਵਿੱਚ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਹੈ। ਕਹਿੰਦੇ ਫਿਰ ਪਿਤਾ ਕਾਲੂ ਜੀ ਗੁੱਸੇ ਵਿੱਚ ਆਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਖਦੇ, ਕਹਿਣ ਲੱਗੇ ਤੈਨੂੰ ਆਖਿਆ ਸੀ ਕਿ ਧਨ ਜਿਹੜਾ ਹੈ, ਮਾਇਆ ਜਿਹੜੀ ਹੈ, ਉਹਨੂੰ ਸਾਂਭ ਕੇ ਰੱਖੀਦਾ ਹੈ। ਜਬ ਕੇ ਜਨਮੇ ਉਹਨਾਂ ਜੋ ਸੁਖ ਹੈ, ਨਿਤ ਬਾਦ ਗਵਾਏ ਬਿਕੇ ਦੁਖ ਖੇਤ। ਹੁਣ ਕਾਲੂ ਜੀ ਫੇਰ ਕਹਿਣ ਲੱਗੇ ਨੇ, ਕਹਿੰਦੇ ਨਾਨਕ ਜਦੋਂ ਦਾ ਤੂੰ ਜੰਮਿਆ ਹੈ ਕੋਈ ਸੁੱਖ ਨਹੀਂ ਦਿੱਤਾ ਤੂੰ ਮੈਨੂੰ, ਤੂੰ ਹਮੇਸ਼ਾ ਧਨ ਜਿਹੜਾ ਗਵਾਇਆ ਹੀ ਗਵਾਇਆ ਹੈ। ਤੂੰ ਇੱਕ ਕੌਡੀ ਵੀ ਕਿਸੇ ਨੂੰ ਕਮਾ ਕੇ ਨਹੀਂ ਦਿੱਤੀ, ਭਾਵ ਧਨ ਇਕੱਠਾ ਕਰਕੇ ਨਹੀਂ ਦਿੱਤਾ,
ਤੂੰ ਤੇ ਹਮੇਸ਼ਾ ਉਜਾੜਦਾ ਹੀ ਰਹਿੰਦਾ ਹੈ। ਹੋ ਜਸ ਪੂਰ ਕਮਾਵਤ ਹੈ ਧਨ ਪਾਵਤ ਹੋ ਜਸਿਆਨ ਨਕੇਤ। ਪਿਤਾ ਮਹਿਤਾ ਕਾਲੂ ਜੀ ਆਖਦੇ, ਕਹਿੰਦੇ ਨਾਨਕ ਉਹ ਵੀ ਪੁੱਤਰ ਹੈਗੇ ਨਾ ਲੋਕਾਂ ਦੇ, ਜਿਹੜੇ ਬਹੁਤ ਸਾਰਾ ਧਨ ਇਕੱਠਾ ਕਰਕੇ ਦਿੰਦੇ ਐ। ਇੱਕ ਤੂੰ ਪੁੱਤਰ ਹੈ ਮੇਰਾ ਜਿਹੜਾ ਹਮੇਸ਼ਾ ਧਨ ਨੂੰ ਉਜਾੜਦਾ ਰਹਿੰਦਾ ਹੈ। ਸੁਧ ਮੂਲ ਨ ਭੂਲ ਕਰੀ ਕਬਹੂ ਤੇ ਪ੍ਰਤਕੂਲ ਰਿਹੋ ਅਨਚੇਤ। ਕਹਿਣ ਲੱਗੇ ਕਿ ਮੈਂ ਹਮੇਸ਼ਾ ਇਕੱਠਾ ਕਰਦਾ ਰਿਹਾ, ਪਰ ਤੂੰ ਮੇਰੇ ਤੋਂ ਉਲਟੀ ਚੱਲਦਾ ਹੈ, ਤੂੰ ਹਮੇਸ਼ਾ ਉਜਾੜਦਾ ਰਿਹਾ। ਪਿਤਾ ਮਹਿਤਾ ਕਾਲੂ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਐਵੇਂ ਕਰਕੇ ਬੜੇ ਬੋਲ ਕਬੋਲ ਜਿਹੜੇ ਉਹ ਬੋਲ ਰਹੇ ਸਨ। ਕਹਿਣ ਲੱਗੇ ਕਾਲੂ ਜੀ ਕਹਿੰਦੇ ਹੱਦ ਹੋ ਗਈ, ਵੇਖ ਨਾਨਕ ਇੰਨੇ ਸਾਲ ਹੋ ਗਏ ਤੈਨੂੰ ਮੋਦੀ ਦੀ ਇੱਥੇ ਨੌਕਰੀ ਕਰਦਿਆਂ ਵੀ ਤੇ ਇਕੱਠਾ ਤੂੰ ਇੱਕ ਪੈਸਾ ਵੀ ਨਹੀਂ ਕੀਤਾ, ਇੱਕ ਕੌਡੀ ਨਹੀਂ ਜੋੜੀ, ਤੂੰ ਕਰਦਾ ਕੀ ਪਿਆ ਹੈ। ਕਹਿਣ ਲੱਗੇ ਕਿ ਫਿਰ ਕਵੀ ਸੰਤੋਖ ਸਿੰਘ ਜੀ ਆਖਦੇ ਨੇ, ਕਹਿੰਦੇ ਕਿ ਮਹਿਤਾ ਕਾਲੂ ਜੀ ਨੇ ਜਿਹੜਾ ਸਾਥੀ ਸੀ ਨਾ ਗੁਰੂ ਨਾਨਕ ਸਾਹਿਬ ਜੀ ਦਾ, ਜਿਹੜਾ ਤਲਵੰਡੀ ਤੋਂ ਨਾਲ ਆਇਆ ਸੀ, ਉਹਦੇ ਵੱਲ ਨੂੰ ਬੜੇ ਔਖੇ ਜਿਹੇ ਹੋ ਕੇ ਭਾਵ ਬੜੇ ਗੁੱਸੇ ਦੇ ਵਿੱਚ ਆਣ ਕੇ ਉਹਦੇ ਵੱਲ ਨੂੰ ਵੇਖਿਆ ਹੈ। ਜਦੋਂ ਉਹਦੇ ਵੱਲ ਵੇਖ ਕੇ ਕਿਹਾ ਨਾ ਵੀ ਤੂੰ ਨਾਲ ਆਇਆ, ਤੂੰ ਸਮਝਾ ਨਹੀਂ ਸਕਦਾ ਨਾਨਕ ਨੂੰ, ਤੇ ਜਦੋਂ ਅਜੇ ਉਹ ਸਾਥੀ ਬੋਲਣ ਹੀ ਲੱਗਾ ਸੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੇਖ ਕੇ ਚੁੱਪ ਕਰਾ ਦਿੱਤਾ। ਕਵੀ ਸੰਤੋਖ ਸਿੰਘ ਕਹਿੰਦੇ ਨੇ ਕਿ ਕਾਲੂ ਜੀ ਜਿਹੜੇ ਸਨ ਉਹ ਗੁੱਸੇ ਦੇ ਵਿੱਚ ਆਣ ਕੇ ਬੋਲ ਕਬੋਲ ਬੋਲਦੇ ਗਏ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਸਨ ਚੁੱਪ ਕਰਕੇ ਸੁਣੀ ਗਏ। ਅੱਗੋਂ ਸਤਿਗੁਰੂ ਨੇ ਕੋਈ ਵੀ ਜਵਾਬ ਨਾ ਦਿੱਤਾ। ਕਹਿਣ ਲੱਗੇ ਕਿ ਕਾਲੂ ਜੀ ਕਹਿੰਦੇ ਸੀ ਕਿ ਜੋ ਕੁਝ ਹੁਣ ਤੱਕ ਮੇਰੇ ਘਰ ਵਿੱਚ ਸੀ ਉਹ ਤੂੰ ਹਮੇਸ਼ਾ ਗਵਾਇਆ ਹੀ ਹੈ, ਤੇ ਜਿੰਨਾ ਕੁਝ ਤੂੰ ਮੇਰਾ ਗਵਾਇਆ ਹੈ ਨਾ ਉਹ ਹੁਣ ਮੈਨੂੰ ਤੂੰ ਕਮਾ ਕੇ ਦੇ। ਕਾਲੂ ਜੀ ਕਹਿਣ ਲੱਗੇ, ਕਹਿੰਦੇ ਨਾਨਕ ਹੁਣ ਤੱਕ ਤੂੰ ਮੇਰਾ ਜੋ ਕੁਝ ਉਜਾੜਿਆ ਹੈ ਉਹ ਸਾਰਾ ਜਾੜਿਆ ਜਿਹੜਾ ਹੈ ਨਾ ਉਹ ਮੈਨੂੰ ਵਾਪਸ ਕਰ। ਮੈਂ ਤੇਰੇ ਕੋਲੋਂ ਧਨ ਲੈਣ ਆਇਆ ਤੇ ਧਨ ਲੈ ਕੇ ਜਾਣਾ ਹੈ। ਮੈਂ ਤਲਵੰਡੀ ਤੋਂ ਸਪੈਸ਼ਲ ਤੇਰੇ ਕੋਲੋਂ ਵੇਖਣ ਆਇਆ ਸੀ ਤੂੰ ਕਿੰਨੇ ਪੈਸੇ ਇਕੱਠੇ ਕੀਤੇ ਹੈ। ਤੂੰ ਤੇ ਪੈਸਾ ਕਮਾਇਆ ਹੀ ਕੋਈ ਨਹੀਂ, ਤੇ ਮੈਂ ਲਏ ਬਿਨਾਂ ਜਾਣਾ ਨਹੀਂ, ਮੈਨੂੰ ਕੁਝ ਨਾ ਕੁਝ ਤੈਨੂੰ ਦੇਣਾ ਹੀ ਪੈਣਾ ਹੈ। ਕਹਿਣ ਲੱਗੇ ਨਾਨਕ ਹੁਣ ਤੂੰ ਜਵਾਨ ਹੋ ਗਿਆ ਹੈ, ਤੇਰੀ ਉਮਰ ਵੱਡੀ ਹੋ ਗਈ ਹੈ, ਪਰ ਤੈਨੂੰ ਅਜੇ ਤੱਕ ਸਮਝ ਨਹੀਂ ਆਈ ਕਿ ਘਰ ਕਿਵੇਂ ਚੱਲਦੇ ਹੈ, ਪੈਸੇ ਜਿਹੜੇ ਇਕੱਠੇ ਕਰਨੇ ਚਾਹੀਦੇ ਹੈ, ਇਹ ਅਜੇ ਤੱਕ ਤੈਨੂੰ ਸਮਝ ਨਹੀਂ ਆਈ। ਕਹਿਣ ਲੱਗੇ ਸਰੀਰ ਤੇਰਾ ਵੱਡਾ ਹੋ ਗਿਆ ਪਰ ਤੇਰੀ ਮੱਤ ਵੱਡੀ ਨਹੀਂ ਹੋਈ, ਤੂੰ ਅਜੇ ਵੀ ਛੋਟੇ ਦਾ ਛੋਟਾ ਹੀ ਹੈ, ਨਫਾ ਨੁਕਸਾਨ ਤੂੰ ਵੇਖਦਾ ਹੀ ਨਹੀਂ, ਉੱਦਾਂ ਦਾ ਤੈਨੂੰ ਜਿਹੜਾ ਨਫਾ ਲੱਗਦਾ ਹੈ ਉੱਦਾਂ ਦਾ ਤੈਨੂੰ ਨੁਕਸਾਨ ਲੱਗਦਾ ਹੈ, ਤੂੰ ਅਜੇ ਤੱਕ ਪਹਿਚਾਣ ਹੀ ਨਹੀਂ ਕਰਦਾ ਪਿਆ ਵੀ ਤੇਰਾ ਕਿੰਨਾ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਕਹਿਣ ਲੱਗੇ ਕਿ ਤੈਨੂੰ ਕੋਈ ਫਿਕਰ ਹੀ ਨਹੀਂ ਹੈ, ਸਾਰੇ ਦਾ ਸਾਰਾ ਧਨ ਜਿਹੜਾ ਕਿਸੇ ਨੂੰ ਖਵਾਤਾ, ਤੂੰ ਧਨ ਇਕੱਠਾ ਹੀ ਕੋਈ ਨਹੀਂ ਕੀਤਾ, ਇੱਦਾਂ ਜਿਹੜਾ ਹੈ ਕਿੰਨਾ ਕੁ ਸਮਾਂ ਜਿਹੜਾ ਤੇਰਾ ਇੱਦਾਂ ਗੁਜ਼ਾਰਾ ਹੋਵੇਗਾ। ਕਹਿਣ ਲੱਗੇ ਤੈਨੂੰ ਰੰਚਕ ਮਾਤਰ ਵੀ ਕੋਈ ਚਿੰਤਾ ਨਹੀਂ ਹੁੰਦੀ ਕਿ ਪਰਿਵਾਰ ਕਿੱਦਾਂ ਚੱਲੇਗਾ, ਧਨ ਤੋਂ ਬਿਨਾਂ ਤੇਰਾ ਕੀ ਬਣੇਗਾ, ਤੂੰ ਤੇ ਬਿਲਕੁਲ ਹੀ ਜਿਹੜਾ ਏ ਉਹ ਚਿੰਤਾ ਕਰਦਾ ਹੀ ਕੋਈ ਨਹੀਂ। ਕੋਈ ਭੋਰਾ ਕਿ ਚਿੰਤਾ ਕਰਿਆ ਕਰ ਕਿ ਕਿਸੇ ਤਰੀਕੇ ਦੇ ਨਾਲ ਤੂੰ ਧਨ ਜਿਹੜਾ ਇਕੱਠਾ ਕਰ ਲਵੇਂ। ਕਹਿੰਦੇ ਜਿੰਨਾ ਵਧੀਆ ਤੂੰ ਇੱਥੇ ਮੋਦੀ ਖਾਨੇ ਵਿੱਚ ਨੌਕਰੀ ਕਰ ਰਿਹਾ ਨਾ, ਉਹਨੂੰ ਤੇ ਤੈਨੂੰ ਕਿੰਨਾ ਧਨ ਜੋੜ ਲੈਣਾ ਚਾਹੀਦਾ ਸੀ। ਜੇ ਕੋਈ ਸਿਆਣਾ ਬੰਦਾ ਹੁੰਦਾ ਤੇ ਬੜਾ ਧਨ ਇਕੱਠਾ ਕਰ ਲੈਂਦਾ, ਪਰ ਤੂੰ ਅਜੇ ਤੱਕ ਕੁਝ ਵੀ ਨਹੀਂ ਕੀਤਾ। ਪਿਤਾ ਮਹਿਤਾ ਕਾਲੂ ਜੀ ਕਹਿੰਦੇ ਨਾਨਕ ਕੱਲ ਨੂੰ ਤੇਰਾ ਵਿਆਹ ਹੋਵੇਗਾ ਤੇ ਉਹਦੇ ਵਾਸਤੇ ਪੈਸੇ ਚਾਹੀਦੇ ਐ, ਜੇ ਤੇਰੇ ਕੋਲ ਪੈਸੇ ਹੋਏ ਨਾ ਤੇ ਖਰਚੇਗਾ ਕੀ, ਕਿਵੇਂ ਫਿਰ ਜਿਹੜਾ ਏ ਤੂੰ ਆਪਣੇ ਜੀਵਨ ਨੂੰ ਚਲਾਵੇਂਗਾ। ਕਹਿਣ ਲੱਗੇ ਫਿਰ ਪਿਆਰ ਜੇ ਦੇ ਵਿੱਚ ਆ ਗਏ ਕਾਲੂ ਜੀ, ਤੇ ਪਿਆਰ ਜੇ ਦੇ ਵਿੱਚ ਆਣ ਕੇ ਕਹਿਣ ਲੱਗੇ, ਕਹਿੰਦੇ ਨਾਨਕ ਵੇਖ ਹੁਣ ਤੂੰ ਜਵਾਨ ਹੋ ਗਿਆ ਹੈ,
ਤੇ ਜਵਾਨ ਹੋ ਗਿਆ, ਹੁਣ ਲਾਪਰਵਾਹੀ ਜਿਹੜੀ ਹੈ ਨਾ ਉਹ ਛੱਡ ਦੇਣੀ ਕਰ ਤੇ ਸਿਆਣਾ ਬਣ ਜਾ। ਆਸ਼ਨ ਰੀਤ ਹੈ ਤੂੰ ਪਰੀਤ ਕਰੇ ਤਨ ਸੰਚਨ ਜੋ ਮਤਵਾਨਾ। ਕਹਿਣ ਲੱਗੇ ਹੁਣ ਜਿਹੜੀ ਪਿੱਛੇ ਜੋ ਕੁਝ ਤੂੰ ਕਰਤਾ ਵੱਖਰੀ ਗੱਲ ਹੈ, ਬੜਾ ਕੁਝ ਤੂੰ ਜਾੜਤਾ, ਪਹਿਲਾਂ ਮੇਰੇ ਘਰ ਦੇ ਵਿੱਚੋਂ ਸਾਰਾ ਕੁਝ ਜਾੜੀ ਗਿਆ, ਹੁਣ ਇੰਨੀ ਕਮਾਈ ਕਰਕੇ ਉਹ ਵੀ ਤੂੰ ਜਾੜਤੀ, ਜੋ ਕੁਝ ਹੋ ਗਿਆ ਵੱਖਰੀ ਗੱਲ ਹੈ, ਹੁਣ ਤੂੰ ਸਿਆਣਾ ਬੰਦਾ ਬਣ ਤੇ ਧਨ ਜਿਹੜਾ ਉਹਨੂੰ ਇਕੱਠਾ ਕਰ। ਪਿਤਾ ਮਹਿਤਾ ਕਾਲੂ ਜੀ ਕਹਿੰਦੇ ਨੇ, ਨਾਨਕ ਜੇ ਤੂੰ ਮੈਨੂੰ ਨਹੀਂ ਨਾ ਦੇਣਾ ਪੈਸੇ ਨਾ ਦੇ, ਆਪਣੇ ਕੋਲ ਰੱਖ, ਪਰ ਆਪਣੇ ਕੋਲ ਵੀ ਕੁਝ ਰੱਖਣਾ ਤੇ ਕਰਨਾ, ਬਿਲਕੁਲ ਹੀ ਜਾੜੀ ਨਾ ਜਾ, ਕੁਝ ਨਾ ਕੁਝ ਆਪਣੇ ਕੋਲ ਸਾਂਭ ਕੇ ਰੱਖ। ਕਹਿੰਦੇ ਧਨ ਤੋਂ ਬਿਨਾ ਕੋਈ ਵੀ ਕਾਰਜ ਜਿਹੜਾ ਨੇਪਰੇ ਨਹੀਂ ਚੜ੍ਹਦਾ, ਮਾਇਆ ਤੋਂ ਬਿਨਾ ਕੋਈ ਵੀ ਕਾਰਜ ਸਫਲ ਨਹੀਂ ਹੁੰਦਾ। ਇਸ ਕਰਕੇ ਜੀਂਦੇ ਰਹਿਣ ਵਾਸਤੇ, ਜੀਵਨ ਜਿਉਣ ਵਾਸਤੇ ਕਾਲੂ ਜੀ ਕਹਿ ਰਹੇ ਨੇ ਕਿ ਉਹ ਧਨ ਜਿਹੜਾ ਬੜਾ ਜ਼ਰੂਰੀ ਹੈ। ਕਹਿਣ ਲੱਗੇ ਧਨ ਦੇ ਵਾਸਤੇ ਬੜੇ ਤੌਰ ਤਰੀਕੇ ਵਰਤ ਕੇ, ਬੜੇ ਗੁਣ ਵਰਣਨ ਕਰ ਕਰਕੇ, ਬੜੀਆਂ ਉਦਾਹਰਨਾਂ ਦੇ ਦੇ ਕੇ ਪਿਤਾ ਮਹਿਤਾ ਕਾਲੂ ਜੀ ਨੇ ਨਾਨਕ ਨੂੰ ਸਮਝਾਇਆ ਹੈ। ਕਹਿੰਦੇ ਕਦੇ ਗੁੱਸੇ 'ਚ ਬੋਲਦੇ ਹੈ, ਕਦੀ ਪਿਆਰ ਨਾਲ ਬੋਲਦੇ ਹੈ, ਤੇ ਬੜੇ ਸਿਆਣਪ ਦੇ ਨਾਲ ਜਿਹੜਾ ਹੈ ਉਹ ਪਿਤਾ ਮਹਿਤਾ ਕਾਲੂ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਮਝਾ ਰਹੇ ਸਨ। ਕਵੀ ਸੰਤੋਖ ਸਿੰਘ ਕਹਿੰਦੇ ਨੇ, ਫਿਰ ਆਖਰਕਾਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪਿਤਾ ਮਹਿਤਾ ਕਾਲੂ ਜੀ ਲਾਡ ਕਰਕੇ ਤੇ ਦਲਾਸਾ ਦੇ ਕੇ ਅੱਗੇ ਨੂੰ ਤੁਰ ਪਏ ਹਨ। ਕਹਿਣ ਲੱਗੇ ਉਧਰ ਨੂੰ ਤੁਰੇ ਹਨ ਜਿੱਧਰ ਨੂੰ ਨਾਨਕੀ ਦਾ ਘਰ ਹੈ, ਭਾਵ ਜੈ ਰਾਮ ਦਾ ਘਰ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮਿਲਣ ਤੋਂ ਬਾਅਦ ਪਿਤਾ ਮਹਿਤਾ ਕਾਲੂ ਜੀ ਆਪਣੀ ਪੁੱਤਰੀ ਨਾਨਕੀ ਦੇ ਘਰ ਵਾਲੇ ਪਾਸੇ ਨੂੰ ਚੱਲ ਪਏ ਹਨ। ਕਹਿਣ ਲੱਗੇ ਕਿ ਜਾ ਕੇ ਪਿਤਾ ਮਹਿਤਾ ਕਾਲੂ ਜੀ ਆਪਣੀ ਵੱਡੀ ਪੁੱਤਰੀ ਨਾਨਕੀ ਨੂੰ ਬੜੇ ਪਿਆਰ ਦੇ ਨਾਲ ਮਿਲੇ ਹਨ। ਕਹਿਣ ਲੱਗੇ ਕਿ ਉਸ ਵਕਤ ਸਾਰਿਆਂ ਨੇ ਜਿਹੜਾ ਹੈ ਉਹ ਪਿਤਾ ਮਹਿਤਾ ਕਾਲੂ ਜੀ ਨੂੰ ਪ੍ਰਣਾਮ ਕੀਤੀ ਹੈ। ਜਿਹੜੇ ਘਰ ਦੇ ਵਿੱਚੋਂ ਕੱਪੜੇ ਲੈ ਕੇ ਆਏ ਸੀ, ਜਿਹੜੇ ਭੋਜਨ ਲੈ ਕੇ ਆਏ ਸੀ, ਉਹ ਸਾਰਾ ਕੁਝ ਜਿਹੜੀਆਂ ਰਸਤਾਂ ਬਸਤਾਂ ਨੇ ਉਹ ਸਾਰੀਆਂ ਘਰ ਦੇ ਵਿੱਚ ਜਾ ਕੇ ਰੱਖੀਆਂ ਹਨ। ਫਿਰ ਜੈ ਰਾਮ ਜੀ ਆਉਂਦੇ ਨੇ, ਉਹਨਾਂ ਨੇ ਆਣ ਕੇ ਵੇਖਿਆ ਪਿਤਾ ਮਹਿਤਾ ਕਾਲੂ ਜੀ ਆਏ, ਭਾਵ ਉਹਨਾਂ ਦੇ ਸਹੁਰਾ ਜੀ ਲੱਗਦੇ ਸਨ, ਉਹਨਾਂ ਨੇ ਵੀ ਆਣ ਕੇ ਪ੍ਰਣਾਮ ਕੀਤੀ ਹੈ। ਕਹਿਣ ਲੱਗੇ ਸਾਰੇ ਜਾਣੇ ਬੜੀ ਖੁਸ਼ੀ ਦੇ ਨਾਲ ਬੈਠ ਜਾਂਦੇ ਐ ਤੇ ਬੈਠ ਕੇ ਆਪਸ ਦੇ ਵਿੱਚ ਜਿਹੜਾ ਉਹ ਗੱਲਬਾਤ ਕਰਨ ਲੱਗ ਜਾਂਦੇ ਹਨ। ਕਹਿਣ ਲੱਗੇ ਕਿ ਪਿਤਾ ਮਹਿਤਾ ਕਾਲੂ ਜੀ ਤੇ ਨਾਲ ਉਹਨਾਂ ਦੇ ਭਾਈਆ ਜੈ ਰਾਮ ਜੀ, ਨਾਨਕੀ ਜੀ ਬੈਠੇ ਇੱਕ ਦੂਜੇ ਦੀ ਸੁੱਖ ਸ਼ਾਂਤ ਜਿਹੜੀ ਉਹ ਪੁੱਛ ਰਹੇ ਹਨ, ਹਾਲ ਚਾਲ ਜਾਣ ਰਹੇ ਹਨ। ਜਿਹੜੀ ਅਸਲ ਦੇ ਵਿੱਚ ਉਹਨਾਂ ਦੇ ਅੰਦਰ ਗੱਲ ਸੀ ਨਾ, ਪਿਤਾ ਮਹਿਤਾ ਕਾਲੂ ਜੀ ਦੇ ਅੰਦਰ ਜਿਹੜੀ ਗੱਲ ਚੱਲ ਰਹੀ ਸੀ, ਉਹ ਉਸ ਗੱਲ ਨੂੰ ਲੁਕਾ ਨਹੀਂ ਸੀ ਪਾ ਰਹੇ। ਉਹ ਬੜੀ ਛੇਤੀ ਦੇ ਨਾਲ ਗੱਲਾਂ ਦੇ ਵਿੱਚ ਗੱਲ ਪਾ ਕੇ ਆਪਣੀ ਗੱਲ ਜਿਹੜੀ ਉਹ ਕਹਿਣਾ ਚਾਹੁੰਦੇ ਸਨ। ਉਹ ਗੱਲ ਕਿਹੜੀ ਕਹਿਣਾ ਚਾਹੁੰਦੇ ਸਨ, ਫਿਰ ਬੜੀ ਕਾਹਲੀ ਦੇ ਨਾਲ ਜਿਹੜੀ ਹੈ ਉਹ ਪਿਤਾ ਮਹਿਤਾ ਕਾਲੂ ਜੀ ਨੇ ਆਪਣੀ ਗੱਲ ਜਿਹੜੀ ਹੈ ਉਹ ਨਾਨਕੀ ਤੇ ਜੈ ਰਾਮ ਜੀ ਦੇ ਨਾਲ ਸਾਂਝੀ ਕੀਤੀ ਹੈ। ਕਹਿਣ ਲੱਗੇ ਕੀ ਆਖਦੇ ਨੇ ਕਾਲੂ ਜੀ, ਕਹਿੰਦੇ ਵੀ ਮੇਰਾ ਪੁੱਤਰ ਨਾਨਕ ਤੁਹਾਡੇ ਕੋਲ ਆਇਆ ਹੈ, ਭਾਵ ਤੁਹਾਡੇ ਘਰ ਵਿੱਚ ਰਹਿੰਦਾ ਹੈ। ਨਾਨਕੀ ਜੀ ਨੂੰ ਕਹਿੰਦੇ, ਜੈ ਰਾਮ ਨੂੰ ਕਹਿੰਦੇ। ਮਹਿਤਾ ਕਾਲੂ ਜੀ ਕਹਿੰਦੇ ਵੀ ਮੇਰਾ ਪੁੱਤਰ ਤੁਹਾਡੇ ਘਰ ਵਿੱਚ ਰਹਿੰਦਾ ਹੈ, ਪਰ ਸੱਚੀ ਗੱਲ ਹੈ ਤੁਸੀਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਪੁੱਛਿਆ ਹੋਣਾ ਉਹਨਾਂ ਨੇ ਵੀ ਕਿਹੜੀ ਜ਼ਿੰਮੇਵਾਰੀ ਹੈ ਜਿਹੜੀ ਅਸੀਂ ਨਹੀਂ ਨਿਭਾਈ, ਤੇ ਮਹਿਤਾ ਕਾਲੂ ਜੀ ਕਹਿੰਦੇ ਨੇ ਤੁਸੀਂ ਉਹਨੂੰ ਸਮਝਾਇਆ ਹੀ ਨਹੀਂ, ਉਹਨੇ ਸਾਰੇ ਦਾ ਸਾਰਾ ਆਪਣਾ ਘਰ ਜਿਹੜਾ ਉਜਾੜ ਕੇ ਰੱਖ ਦਿੱਤਾ। ਤੁਹਾਡਾ ਫਰਜ਼ ਬਣਦਾ ਸੀ ਤੁਸੀਂ ਉਹਨੂੰ ਸਮਝਾਉਂਦੇ, ਕਿਉਂਕਿ ਤੁਸੀਂ ਸਿਆਣੇ ਸੀ। ਪਿਤਾ ਮਹਿਤਾ ਕਾਲੂ ਜੀ ਕਹਿੰਦੇ ਤੁਸੀਂ ਖਬਰਸਾਰ ਹੀ ਨਹੀਂ ਲਈ ਉਹਦੀ, ਉਹਨੇ ਸਾਰੇ ਦਾ ਸਾਰਾ ਆਪਣਾ ਧਨ ਗਵਾਤਾ,
ਕਿੱਥੇ ਸੁੱਟੀ ਜਾਂਦਾ, ਇੰਨਾ ਧਨ ਕਮਾਈ ਜਾਂਦਾ ਏ, ਤੁਹਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ, ਤੁਹਾਨੂੰ ਸਮਝ ਨਹੀਂ ਆਉਂਦੀ। ਤੁਹਾਡਾ ਫਰਜ਼ ਬਣਦਾ ਸੀ ਤੁਸੀਂ ਉਹਨੂੰ ਸਮਝਾਉਂਦੇ ਵੀ ਉਹ ਕਿੰਨੇ ਪੈਸੇ ਕਮਾ ਕੇ ਲਿਆਇਆ, ਕਿੱਥੇ ਖਰਚ ਕਰਦਾ ਪਿਆ ਏ। ਉਹਨੇ ਕਮਾ ਕੇ ਸਾਰਾ ਧਨ ਜਿਹੜਾ ਉਹ ਉਜਾੜ ਦਿੱਤਾ ਹੈ। ਪਿਤਾ ਜੀ ਕਹਿੰਦੇ ਨੇ ਮੈਂ ਅਜੇ ਤੱਕ ਨਾਨਕ ਦਾ ਵਿਆਹ ਨਹੀਂ ਕੀਤਾ। ਇਸ ਕਰਕੇ ਨਹੀਂ ਕੀਤਾ ਕਿਉਂਕਿ ਉਹ ਧਨ ਨੂੰ ਜੋੜਦਾ ਨਹੀਂ ਹੈ, ਇਕੱਠਾ ਨਹੀਂ ਕਰਦਾ, ਅਜਾਈਂ ਗਵਾਈ ਜਾਂਦਾ ਏ। ਇਸੇ ਕਰਕੇ ਮੈਂ ਅਜੇ ਤੱਕ ਉਹਦਾ ਵਿਆਹ ਨਹੀਂ ਕੀਤਾ ਕਿ ਉਹ ਧਨ ਨੂੰ ਬਰਬਾਦ ਕਰਦਾ ਹੈ। ਕਹਿਣ ਲੱਗੇ ਜੇ ਤੁਸੀਂ ਰਾਖੀ ਰੱਖੀ ਹੁੰਦੀ ਮੇਰੇ ਪੁੱਤਰ ਦੀ ਤੇ ਫਿਰ ਉਹ ਇਦਾਂ ਧਨ ਨਾ ਉਜਾੜਦਾ, ਫਿਰ ਉਹ ਧਨ ਨੂੰ ਸਾਂਭ ਕੇ ਰੱਖਦਾ। ਤੁਹਾਨੂੰ ਵੀ ਪਤਾ ਹੁੰਦਾ ਕਿ ਉਹਦੇ ਕੋਲ ਕਿੰਨੇ ਪੈਸੇ ਆਏ ਹੈ ਤੇ ਕਿੰਨੇ ਉਹਨੇ ਖਰਚੇ ਹੈ, ਪਰ ਤੁਸੀਂ ਉਹਦੀ ਰਾਖੀ ਜਿਹੜੀ ਆ ਉਹ ਨਹੀਂ ਰੱਖਣਾ ਕੀਤੀ। ਇੰਨੀ ਗੱਲ ਕਹਿਣ ਦੀ ਦੇਰ ਸੀ, ਅੱਗੋਂ ਵੱਡੇ ਭੈਣ ਸਤਿਕਾਰਯੋਗ ਬੇਬੇ ਨਾਨਕੀ ਜੀ ਬੋਲਦੇ ਐ। ਨਾਨਕੀ ਜੀ ਕਹਿੰਦੇ ਨੇ ਵੇਖੋ ਪਿਤਾ ਜੀ, ਹੁਣ ਵੀਰਾ ਆਪਣਾ ਕੰਮ ਕਰਦਾ ਏ, ਭਾਵ ਗੁਰੂ ਨਾਨਕ ਸਾਹਿਬ ਆਪਣਾ ਕੰਮ ਕਰਦਾ ਏ। ਉਹ ਆਪਣਾ ਕਮਾਉਂਦੇ ਨੇ, ਆਪਣਾ ਕਮਾ ਕੇ ਤੇ ਆਪ ਹੀ ਉਹ ਜਿਹੜਾ ਉਹ ਖਰਚਾ ਕਰਦੇ ਹਨ। ਹੋਵੇ ਨਾ ਕਿਤੇ ਖਾਏ ਵੈਸੇ ਸਗਾਈ, ਉਦਾਸੀਨ ਜਾ ਕੋ ਲਖੀ ਜੇ ਸੁਭਾਈ। ਕਹਿਣ ਲੱਗੇ ਹੁਣ ਅਸੀਂ ਵੀ ਸੋਚ ਰਹੇ ਹਾਂ ਕਿ ਉਹਨਾਂ ਦੀ ਸਾਨੂੰ ਮੰਗਣੀ ਜਿਹੜੀ ਹੈ, ਵਿਆਹ ਜਿਹੜਾ ਉਹ ਕਰ ਦੇਣਾ ਚਾਹੀਦਾ। ਉਹ ਵੱਖਰੀ ਗੱਲ ਹੈ ਕਿ ਮੇਰੇ ਭਰਾ ਦਾ ਭਾਵ ਗੁਰੂ ਨਾਨਕ ਸਾਹਿਬ ਜੀ ਦਾ ਸੁਭਾਅ ਜਿਹੜਾ ਹੈ ਉਹ ਉਦਾਸੀਆਂ ਵਾਲਾ ਹੈ, ਉਹ ਬੜਾ ਪਿਆਰ ਵਾਲਾ ਹੈ, ਬੜੇ ਕੋਮਲ ਸੁਭਾਅ ਦੇ ਮਾਲਕ ਹਨ। ਪਰ ਸੱਚ ਇਹ ਹੈ ਕਿ ਉਹਨਾਂ ਦਾ ਰਿਸ਼ਤਾ ਅਸੀਂ ਜਲਦੀ ਦੇ ਨਾਲ ਲੱਭ ਰਹੇ ਹਾਂ। ਨਾਨਕੀ ਜੀ ਆਖਦੇ ਨੇ, ਕਹਿੰਦੇ ਪਿਤਾ ਜੀ ਦੱਸੋ ਮੇਰੇ ਵੀਰ ਨੇ ਕੀ ਵਿਗਾੜਿਆ ਹੈ? ਨਾ ਉਹਨਾਂ ਨੇ ਕੁਝ ਸਵਾਰਿਆ ਨਾ ਵਿਗਾੜਿਆ, ਕਿਉਂਕਿ ਉਹ ਧਨ ਤੁਹਾਡੇ ਕੋਲੋਂ ਤੇ ਲਿਆ ਨਹੀਂ ਜਿਹੜਾ ਉਹਨੇ ਉਜਾੜ ਦਿੱਤਾ ਹੋਵੇ। ਉਹਨੇ ਕੁਝ ਵੀ ਗਵਾਇਆ ਨਹੀਂ ਹੈ, ਉਹਨੇ ਆਪਣੀ ਹੀ ਕਮਾਈ ਕੀਤੀ ਹੈ। ਤੇ ਅੱਗੋਂ ਫਿਰ ਜੈ ਰਾਮ ਜੀ ਬੋਲਦੇ ਐ। ਭਾਈਆ ਜੈ ਰਾਮ ਜੀ ਕਹਿੰਦੇ ਨੇ ਮਹਿਤਾ ਕਾਲੂ ਜੀ ਨੂੰ, ਕਹਿੰਦੇ ਪਿਤਾ ਜੀ ਸੱਚੀ ਗੱਲ ਇਹ ਹੈ ਕਿ ਅਸੀਂ ਉਹਦੀ ਮੰਗਣੀ ਵਾਸਤੇ ਘਰ ਪਰਿਵਾਰ ਲੱਭ ਰਹੇ ਹਾਂ ਤੇ ਲਗਭਗ ਜਿਹੜਾ ਏ ਉਹ ਪਰਿਵਾਰ ਸਾਨੂੰ ਲੱਭ ਗਿਆ ਹੈ। ਅੱਗੋਂ ਮਹਿਤਾ ਕਾਲੂ ਜੀ ਕਹਿੰਦੇ ਨੇ ਜੈ ਰਾਮ ਬੜੀ ਖੁਸ਼ ਹੋ ਕੇ ਕਹਿੰਦੇ ਐ, ਖੁਸ਼ੀ ਦੇ ਨਾਲ ਕਹਿੰਦੇ, ਪ੍ਰਸੰਨਤਾ ਜਾਣ ਕੇ ਕਹਿੰਦੇ ਛੇਤੀ ਦੇ ਨਾਲ ਮੈਨੂੰ ਦੱਸਣਾ ਕਰ ਵੀ ਉਹ ਕਿੱਦਾਂ ਦਾ ਘਰ ਹੈ ਜਿਹੜਾ ਤੂੰ ਮੇਰੇ ਨਾਨਕ ਵਾਸਤੇ ਲੱਭਿਆ ਹੈ। ਤੇ ਉਸ ਵਕਤ ਮਹਿਤਾ ਕਾਲੂ ਜੀ ਕਹਿੰਦੇ ਉਹ ਖੱਤਰੀ ਪਰਿਵਾਰ ਹੋਣਾ ਚਾਹੀਦਾ ਹੈ, ਚੰਗਾ ਪਰਿਵਾਰ ਹੋਣਾ ਚਾਹੀਦਾ ਹੈ, ਸਾਡੇ ਨਾਲ ਬਰਾਬਰ ਦਾ ਮਿਲਦਾ ਜੁਲਦਾ ਹੋਣਾ ਚਾਹੀਦਾ ਹੈ। ਅੱਗੋਂ ਫਿਰ ਜੈ ਰਾਮ ਜੀ ਆਖਦੇ, ਕਹਿੰਦੇ ਹਾਂ ਪਿਤਾ ਜੀ ਉਹ ਇੱਕ ਚੰਗਾ ਪਰਿਵਾਰ ਹੈ। ਕਿਹੜਾ ਪਰਿਵਾਰ ਹੈ? ਉਹਨਾਂ ਦਾ ਨਾਮ ਹੈ ਮੂਲਾ, ਤੇ ਚੌਣ ਉਹਨਾਂ ਦੀ ਜਿਹੜੀ ਹੈ ਉਹ ਗੋਤ ਹੈ, ਤੇ ਹਰੰਧਾਵੇ ਨੇ ਉਹ ਵੀ ਪਟਵਾਰੀ ਦਾ ਕੰਮ ਕਰਦੇ ਹੈ। ਮੂਲ ਚੰਦ ਜੀ ਸਤਿਕਾਰਯੋਗ ਮੂਲ ਚੰਦ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਹੁਰਾ ਜੀ ਸਨ, ਕਹਿੰਦੇ ਕਿ ਉਹ ਹਰੰਧਾਵਿਆਂ ਦਾ ਪਰਿਵਾਰ ਹੈ ਤੇ ਪਟਵਾਰੀਆਂ ਦੇ ਨਾਲ ਸੰਬੰਧ ਰੱਖਣ ਵਾਲੇ ਹਨ। ਜੈ ਰਾਮ ਜੀ ਆਖਦੇ ਨੇ, ਕਹਿੰਦੇ ਪਿਤਾ ਜੀ ਮੈਂ ਪਤਾ ਕਰ ਲਿਆ ਹੈ, ਮੈਂ ਖੋਜ ਕੀਤੀ ਹੈ, ਮੈਂ ਭਾਲ ਕੀਤੀ ਹੈ, ਚੰਗਾ ਟਿਕਾਣਾ ਹੈ, ਚੰਗਾ ਪਰਿਵਾਰ ਹੈ, ਤੇ ਉਹ ਜਿਹੜਾ ਰਿਸ਼ਤਾ ਹੈ ਉਹ ਵੀ ਬੜਾ ਸੁੱਖਾਂ ਵਾਲਾ ਹੈ, ਬੜਾ ਚੰਗਾ ਰਿਸ਼ਤਾ ਹੈ। ਫਿਰ ਅੱਗੋਂ ਮਹਿਤਾ ਕਾਲੂ ਜੀ ਆਖਦੇ ਨੇ, ਜੈ ਰਾਮ ਜੀ ਨੂੰ ਆਖਦੇ, ਕਹਿੰਦੇ ਤੁਸੀਂ ਸਿਆਣੇ ਹੋ, ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਉਵੇਂ ਤੁਸੀਂ ਇਸ ਕਾਰਜ ਨੂੰ ਕਰਨਾ ਕਰੋ, ਤੇ ਬੜਾ ਵਧੀਆ ਤਰੀਕੇ ਦੇ ਨਾਲ ਇਸ ਕਾਰਜ ਨੂੰ ਜਿਹੜਾ ਉਹ ਨੇਪਰੇ ਚੜਾਉਣਾ ਕਰੋ। ਕਹਿਣ ਲੱਗੇ ਕਿ ਉਹ ਇੱਕ ਸੁੰਦਰ ਬੱਚੀ ਹੋਣੀ ਚਾਹੀਦੀ ਹੈ, ਸਿਆਣੀ ਹੋਣੀ ਚਾਹੀਦੀ ਹੈ, ਸਮਝਦਾਰ ਹੋਣੀ ਚਾਹੀਦੀ ਹੈ, ਤੇ ਨਾਨਕ ਵਰਗੀ ਜਿਹੜੀ ਉਹ ਲੱਗਣੀ ਚਾਹੀਦੀ ਹੈ। ਇੱਦਾਂ ਦੀ ਕੋਈ ਵੀ ਸੁੰਦਰ ਜਿਹੜੀ ਹੈ
ਉਹ ਬੱਚੀ ਤੁਸੀਂ ਮੇਰੇ ਨਾਨਕ ਵਾਸਤੇ ਲੱਭ ਦੇਣਾ ਕਰੋ। ਕਾਲੂ ਮਮ ਪਿਤਾ ਸਮਰ ਹੋਇਆ ਕਰ ਧਾਮ। ਉਸ ਵਕਤ ਜੈ ਰਾਮ ਜੀ ਆਖਦੇ ਨੇ, ਕਹਿੰਦੇ ਮਹਿਤਾ ਕਾਲੂ ਜੀ ਨੂੰ, ਕਹਿੰਦੇ ਤੁਸੀਂ ਮੇਰੇ ਪਿਤਾ ਵਰਗੇ ਹੋ, ਮੇਰੇ ਪਿਤਾ ਸਮਾਨ ਹੋ। ਨਾਨਕ ਜਨਨੀ ਅਨ ਹੋ ਭਾਖੀ ਬੈਨ ਜਰਾਮ। ਕਹਿਣ ਲੱਗੇ ਕਿ ਮੇਰਾ ਚਿੱਤ ਕਰਦਾ ਹੈ, ਜੈ ਰਾਮ ਜੀ ਕਹਿੰਦੇ ਨੇ ਮੇਰਾ ਚਿੱਤ ਕਰਦਾ ਹੈ ਕਿ ਤੁਸੀਂ ਵੀ ਇੱਥੇ ਹੀ ਰਹੋ ਮੇਰੇ ਘਰ ਵਿੱਚ ਸੁਲਤਾਨਪੁਰ, ਤੇ ਜਿਹੜੇ ਮਾਤ ਤ੍ਰਿਪਤਾ ਜੀ ਹਨ ਉਹਨਾਂ ਨੂੰ ਵੀ ਇੱਥੇ ਜਿਹੜਾ ਉਹ ਬੁਲਾ ਲੈਣਾ ਕਰੀਏ। ਕਾਲੂ ਭਲੇ ਬੈਨ ਬਹੁ ਕਾਲੂ ਗੁਣ ਐਨ ਮੇਰੂ, ਕੋ ਦੁਖ ਹੈ ਨਾ ਸੁਖ ਚੈਨ ਸੋ ਬਸਤ ਹੋ। ਅੱਗੋਂ ਫਿਰ ਮਹਿਤਾ ਕਲਿਆਣ ਦਾਸ ਜੀ ਆਖਦੇ ਨੇ, ਕਹਿੰਦੇ ਜੈ ਰਾਮ ਨਹੀਂ, ਤਲਵੰਡੀ ਦੇ ਵਿੱਚ ਮੇਰਾ ਬੜਾ ਪੁਰਾਣਾ ਨਾਤਾ ਹੈ, ਮੇਰਾ ਬੜਾ ਪੁਰਾਣਾ ਘਰ ਹੈ, ਉੱਥੇ ਕੋਈ ਦੁੱਖ ਨਹੀਂ ਹੈ, ਸੁੱਖ ਚੈਨ ਦੇ ਨਾਲ ਮੈਂ ਜਿਹੜਾ ਉੱਥੇ ਵਸਦਾ ਹਾਂ। ਕਾਲ ਪਟਵਾਰੀ ਤਹਾਂ ਦੀਨੀ ਰਾਏ ਸਾਰੀ ਮਮ, ਲੋਕ ਅਨੁਸਾਰੀ ਪੁਨ ਕੈਸੇ ਨਾ ਤਜਤ ਹੋ। ਕਹਿੰਦੇ ਉੱਥੇ ਰਾਏ ਬਲਾਰ ਦੇ ਕੋਲ ਮੈਂ ਪਟਵਾਰੀ ਦੀ ਨੌਕਰੀ ਕਰਦਾ ਹਾਂ, ਉੱਥੇ ਕੰਮ ਵੀ ਕਰਦਾ ਹਾਂ, ਸਾਰੇ ਲੋਕ ਜਿਹੜੇ ਮੇਰੇ ਅਨੁਸਾਰੀ ਹੋ ਕੇ ਚੱਲਦੇ ਐ, ਇਸ ਕਰਕੇ ਇੰਨਾ ਵਧੀਆ ਕੰਮ ਜਿਹੜਾ ਮੈਂ ਉਹਨੂੰ ਕਿਵੇਂ ਛੱਡ ਦੇਵਾਂ, ਭਾਵ ਮੈਂ ਨਹੀਂ ਛੱਡ ਸਕਦਾ। ਹੋਏ ਜਿਸ ਗਾਈ ਲਿਓ ਸ਼ਬਦ ਬੁਲਾਈ ਮੋਹੇ, ਕੀਜੇ ਨਾ ਬਲੰਬਤ ਹੋਏ ਔਰ ਮੈਂ ਔਰ ਹੋ ਕਹਤ ਹੋ। ਜਦੋਂ ਨਾਨਕ ਦਾ ਤੁਸੀਂ ਜਿਹੜਾ ਵਿਆਹ ਕਰੋਗੇ, ਕੁੜਮਾਈ ਕਰੋਗੇ, ਜਦੋਂ ਰਿਸ਼ਤਾ ਕਰੋਗੇ, ਉਦੋਂ ਫਿਰ ਮੈਨੂੰ ਵੀ ਸੱਦ ਲਿਓ, ਮੈਂ ਛੇਤੀ ਦੇ ਨਾਲ ਆ ਜਾਵਾਂਗਾ, ਤੇ ਇਹ ਕੰਮ ਕਰਨ ਦੇ ਵਿੱਚ ਤੁਸੀਂ ਦੇਰੀ ਨਾ ਕਰੋ, ਜਲਦੀ ਦੇ ਨਾਲ ਜਿਹੜਾ ਉਹ ਨਾਨਕ ਦਾ ਰਿਸ਼ਤਾ ਜਿਹੜਾ ਉਹ ਤੁਸੀਂ ਕਰ ਦੇਣਾ ਕਰੋ। ਖੁਰ ਖੁਆਰੀ ਸੁਤ ਕਰੇ ਨਾ ਖੁਆਰੀ ਧਨ, ਦੀਜੇ ਮਤ ਆਪ ਤਾਂ ਕੀ ਚਿੰਤਾ ਮੈਂ ਰਹਿਤ ਹੋ। ਮਹਿਤਾ ਕਾਲੂ ਜੀ ਆਖਦੇ ਨੇ, ਕਹਿੰਦੇ ਕਿ ਦੇਖੋ ਮੇਰੇ ਪੁੱਤਰ ਦੀ ਤੁਸੀਂ ਰਾਖੀ ਕਰੋ, ਉਹ ਧਨ ਨੂੰ ਨਸ਼ਟ ਨਾ ਕਰੇ, ਧਨ ਨੂੰ ਬਰਬਾਦ ਨਾ ਕਰੇ। ਤੁਸੀਂ ਸਿਆਣੇ ਹੋ, ਤੁਸੀਂ ਸਮਝਦਾਰ ਹੋ, ਸਮਝਾਉਣਾ ਜਿਹੜਾ ਉਹ ਤੁਹਾਡਾ ਫਰਜ਼ ਬਣਦਾ ਹੈ। ਅਜ਼ਾਈ ਧਨ ਜਿਹੜਾ ਉਹ ਉਜਾੜੀ ਜਾ ਰਿਹਾ ਹੈ, ਐਵੇਂ ਜਿਹੜਾ ਉਹ ਧਨ ਹੈ ਉਹ ਉਜਾੜਨਾ ਨਹੀਂ ਚਾਹੀਦਾ, ਇਸ ਕਰਕੇ ਤੁਸੀਂ ਉਹਦੀ ਰਾਖੀ ਕਰਨਾ ਕਰੋ। ਨਾਨਕੀ ਬਨਤ ਸੁਨ ਬੈਨ ਮੈਂ ਜਨਕ ਤੁਮ, ਭਾਗ ਤੁ ਸਦੀਵ ਧਨ ਖੋਤ ਨਿਤ ਮੇਰੀ ਆ। ਜਦੋਂ ਬਾਰ-ਬਾਰ ਮਹਿਤਾ ਕਾਲੂ ਜੀ ਕਹਿੰਦੇ ਨੇ ਕਿ ਤੁਸੀਂ ਉਹਦੀ ਰੱਖਿਆ ਕਰੋ, ਤੇ ਫਿਰ ਅੱਗੋਂ ਨਾਨਕੀ ਜੀ ਆਖਦੇ ਨੇ, ਕਹਿੰਦੇ ਪਿਤਾ ਜੀ ਵੇਖੋ ਮੇਰੇ ਵੀਰ ਨਾਨਕ ਨੇ ਕੋਈ ਵੀ ਧਨ ਜਿਹੜਾ ਉਹ ਨਸ਼ਟ ਨਹੀਂ ਕੀਤਾ, ਉਹ ਆਪਣੀ ਕਮਾਈ ਕਰਦਾ ਏ ਤੇ ਆਪ ਹੀ ਖਰਚ ਕਰਦਾ, ਉਹਨੇ ਕੁਝ ਵੀ ਉਜਾੜਿਆ ਨਹੀਂ ਹੈ। ਕਰਤ ਬਿਤ ਖੋਏ ਕਿ ਦੁਰਾਖੇ ਬਿਤ, ਰਹੀਏ ਨ ਚਿੰਤ ਜਿਤ ਲੇਤ ਨਹਿ ਤੋਰੀਆ। ਕਹਿਣ ਲੱਗੇ ਕਿ ਉਹਨੇ ਤੁਹਾਡੇ ਕੋਲੋਂ ਧਨ ਮੰਗਿਆ ਤੇ ਨਹੀਂ, ਤੁਹਾਡੇ ਵਾਲਾ ਧਨ ਤੇ ਉਹਨੇ ਬਰਬਾਦ ਨਹੀਂ ਕੀਤਾ, ਉਹ ਜੋ ਕੁਝ ਕਮਾਉਂਦਾ ਹੈ ਉਹਦੇ ਵਿੱਚੋਂ ਹੀ ਕਿਸੇ ਨਾ ਕਿਸੇ ਨੂੰ ਦਾਨ ਕਰਦਾ ਏ, ਧਰਮ ਦਾ ਕੰਮ ਕਰਦਾ ਏ, ਇਹਦੇ ਵਿੱਚ ਧਨ ਉਜਾੜਨ ਵਾਲੀ ਤੇ ਕੋਈ ਗੱਲ ਹੀ ਨਹੀਂ ਹੈ। ਵਸਨ ਪੁਨ ਬਸਨ ਲਗਨ ਦਾਨੀ, ਪੁਨ ਵਾਰ ਰੂਪ ਕਰੇ ਜਾਰੀ ਨਹਿ ਚੋਰੀਆ। ਨਾਨਕੀ ਜੀ ਕਹਿੰਦੇ ਜੇ ਕੋਈ ਭੁੱਖਾ ਆ ਜਾਂਦਾ ਹੈ ਉਹਨੂੰ ਜਿਹੜਾ ਅੰਨ ਦੇ ਦਿੰਦੇ, ਜੇ ਕੋਈ ਤਨ ਤੋਂ ਜਿਹਦੇ ਕੋਲ ਚੰਗੇ ਕੱਪੜੇ ਨਹੀਂ ਉਹ ਮੰਗਣ ਆ ਜਾਂਦਾ ਉਹਨੂੰ ਵਸਤਰ ਦੇ ਦਿੰਦੇ, ਕੱਪੜੇ ਦੇ ਦਿੰਦੇ। ਇਦਾਂ ਕਰਕੇ ਨਾ ਉਹ ਕਿਸੇ ਨਾਲ ਚੋਰੀ ਕਰਦੇ ਆ, ਨਾ ਠੱਗੀ ਮਾਰਦੇ ਆ, ਇੱਕ ਪੁੰਨ ਦਾ ਕੰਮ ਕਰਦੇ ਆ, ਇਹਦੇ ਵਿੱਚ ਧਨ ਜਾੜਨ ਵਾਲੀ ਕੋਈ ਗੱਲ ਨਹੀਂ ਹੈ। ਨਾਨਕੀ ਜੀ ਕਹਿੰਦੇ ਪਿਤਾ ਜੀ ਜੇ ਤਾਂ ਸਾਨੂੰ ਲੱਗੇ ਵੀ ਉਹ ਕਿਸੇ ਕੁਕਰਮ ਦੇ ਵਿੱਚ ਧਨ ਜਾੜ ਰਹੇ ਨੇ, ਬੁਰੇ ਕੰਮਾਂ ਦੇ ਵਿੱਚ ਜਾੜ ਰਹੇ ਨੇ, ਤੇ ਅਸੀਂ ਜ਼ਰੂਰ ਰੋਕਾਂਗੇ, ਪਰ ਜਦੋਂ ਉਹ ਚੰਗੇ ਕੰਮ ਦੇ ਵਿੱਚ ਜਿਹੜਾ ਧਨ ਨੂੰ ਲਾ ਰਹੇ ਨੇ, ਧਨ ਖਰਚ ਕਰ ਰਹੇ ਨੇ, ਅਸੀਂ ਉਹਨੂੰ ਚੰਗਾ ਕੰਮ ਕਰਨ ਤੋਂ ਕਦੇ ਵੀ ਨਹੀਂ ਰੋਕ ਸਕਦੇ। ਕਿਸੇ ਗਰੀਬ ਦੀ ਮਦਦ ਕਰਨਾ ਇਹ ਸਭ ਤੋਂ ਉੱਤਮ ਕਾਰਜ ਹੈ, ਚੰਗਾ ਕਾਰਜ ਹੈ, ਉਹ ਗੁਰੂ ਨਾਨਕ ਸਾਹਿਬ ਭਾਵ ਮੇਰੇ ਭਰਾਤਾ ਜੀ ਕਰ ਰਹੇ ਨੇ।